ਜੈ ਮਸੀਹ ਕੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਪਿਆਰੇ ਦਰਸ਼ਕੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮੱਤੀ ਦੀ ਇੰਜੀਲ ਦੇ 7 ਅਧਿਆਏ ਦੀ 7 ਤੋਂ ਲੈ ਕੇ 11 ਆਇਤਾਂ ਤੱਕ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਅਸੀਂ ਪ੍ਰਾਰਥਨਾ ਦੇ ਬਾਰੇ ਸਿੱਖ ਰਹੇ ਸੀ। ਅਸੀਂ ਸਿੱਖਿਆ ਕਿ ਪ੍ਰਾਰਥਨਾ ਦੇ ਵਿੱਚ ਵੱਡਾ ਹੌਸਲਾ ਹੁੰਦਾ ਹੈ। ਅਸੀਂ ਪ੍ਰਾਰਥਨਾ ਦੇ ਵਿਸ਼ੇ ਦੇ ਉੱਤੇ ਅੱਗੇ ਵਧਦੇ ਹੋਏ ਸਿੱਖਿਆ ਸੀ ਕਿ ਨੰਬਰ 1, ਪ੍ਰਾਰਥਨਾ ਦੇ ਲਈ ਕੁਝ ਜ਼ਰੂਰੀ ਹੁੰਦਾ ਹੈ। ਅਸੀਂ ਮੰਗਣ, ਲੱਭਣ ਅਤੇ ਖੜਕਾਉਣ ਦੇ ਬਾਰੇ ਸਿੱਖਿਆ, ਜੋ ਕਿ ਪ੍ਰਾਰਥਨਾ ਦੇ ਲਈ ਬਹੁਤ ਜ਼ਰੂਰੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਤੋਂ ਬਹੁਤ ਆਤਮਿਕ ਲਾਭ ਮਿਲਿਆ ਹੋਵੇਗਾ। ਅੱਜ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਬਾਕੀ ਦੇ ਹਿੱਸੇ ਨੂੰ ਜਾਰੀ ਰੱਖਾਂਗੇ। ਅੱਜ ਅਸੀਂ ਜਿਹੜੇ ਪ੍ਰਾਰਥਨਾ ਦੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਉਹ ਹਨ ਪ੍ਰਾਰਥਨਾ ਦਾ ਪ੍ਰਭਾਵ ਹੁੰਦਾ ਹੈ। ਇਸ ਵਿੱਚ ਅਸੀਂ ਗੌਰ ਕਰਾਂਗੇ ਪ੍ਰਾਰਥਨਾ ਵਿਆਪਕ ਹੋ ਸਕਦੀ ਹੈ, ਪ੍ਰਾਰਥਨਾ ਦੇ ਵਿੱਚ ਸੰਦੇਹ ਨਹੀਂ ਹੁੰਦਾ, ਪ੍ਰਾਰਥਨਾ ਦਾ ਸਪਸ਼ਟੀਕਰਨ, ਫਿਰ ਅਸੀਂ ਦੇਖਾਂਗੇ ਪ੍ਰਾਰਥਨਾ ਦਾ ਅਸਰ ਅਤੇ ਅਖੀਰ ਦੇ ਵਿੱਚ ਇਸ ਦੇ ਸਾਰ ਨੂੰ ਵੇਖਾਂਗੇ। ਇਸ ਦੇ ਵਿੱਚ ਅਸੀਂ ਵਿਅਕਤੀਗਤ ਪ੍ਰਾਰਥਨਾ ਕਰ ਸਕਦੇ ਹਾਂ, ਅਸੀਂ ਵਿਸ਼ੇਸ਼ ਪ੍ਰਾਰਥਨਾ ਕਰ ਸਕਦੇ ਹਾਂ, ਅਸੀਂ ਲਗਾਤਾਰ ਪ੍ਰਾਰਥਨਾ ਕਰ ਸਕਦੇ ਹਾਂ। ਇਹਨਾਂ ਸਾਰੀ ਗੱਲਾਂ ਦੇ ਉੱਤੇ ਅਸੀਂ ਗੌਰ ਕਰਾਂਗੇ। ਦੋਸਤੋ, ਕੀ ਤੁਸੀਂ ਤਿਆਰ ਹੋ ਅੱਜ ਦੇ ਬਾਈਬਲ ਅਧਿਐਨ ਦੇ ਲਈ? ਤਾਂ ਫਿਰ ਦੇਰ ਕਿਸ ਗੱਲ ਦੀ, ਆਓ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਭਜਨ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਉਸ ਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸ ਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। पाप दे कारण प्रीत ठंडी पै जाएगी, कई सेवक भी नह जा तो फिर जावणगे। पाप दे कारण प्रीत ठंडी पै जाएगी, कई सेवक भी नह जा तो फिर जावणगे। ए यीशु दे ने आउण दियां निशानियां, त्यार हो जा। ए यीशु
सिद्ध हो के रहो, प्यारे यीशु दे आउण विच देर नहीं। पवित्रता विच सिद्ध हो के रहो, प्यारे यीशु दे आउण विच देर नहीं। ਕੁਝ ਲੋਕ ਤੁਹਾਡੇ ਵਿੱਚੋਂ ਆਖ ਸਕਦੇ ਹਨ, ਮੈਂ ਇਸ ਤਰ੍ਹਾਂ ਪ੍ਰਾਰਥਨਾ ਨਹੀਂ ਕਰਦਾ। ਮੈਂ ਆਪਣੀ ਪ੍ਰਾਰਥਨਾ ਲਈ ਇੱਕ ਸਲਿੱਪ ਚਰਚ ਨੂੰ ਭੇਜ ਦਿੰਦਾ ਹਾਂ ਅਤੇ ਉਹ ਮੇਰੇ ਲਈ ਪ੍ਰਾਰਥਨਾ ਕਰਦੇ ਹਨ। ਇਹ ਕਿੰਨੇ ਦੁੱਖ ਦੀ ਗੱਲ ਹੈ। ਇਹ ਤੁਹਾਡੇ ਲਈ ਹਰੇਕ ਵਾਸਤੇ ਹੈ। ਪਰਮੇਸ਼ਰ ਆਖਦਾ ਹੈ ਕਿ ਉਹ ਚਾਹੁੰਦਾ ਹੈ ਕਿ ਤੁਸੀਂ ਸਾਰੇ ਇਸ ਨੂੰ ਸਮਝ ਜਾਓ। ਉਹ ਆਖਦਾ ਹੈ, ਹਰੇਕ ਜੋ ਮੰਗਦਾ ਹੈ ਉਹ ਪਾ ਲੈਂਦਾ ਹੈ। ਹਰੇਕ ਜੋ ਮੰਗਦਾ ਹੈ ਉਹ ਪਾ ਲੈਂਦਾ ਹੈ। ਤੁਸੀਂ ਆਖ ਸਕਦੇ ਹੋ, ਠੀਕ ਹੈ, ਮੈਂ ਸਮਝ ਗਿਆ ਹਾਂ ਕਿ ਪਰਮੇਸ਼ਰ ਦਾ ਇਹ ਮਤਲਬ ਨਹੀਂ ਕਿ ਸਿਰਫ ਮੈਂ, ਉਸ ਦਾ ਮਤਲਬ ਹੈ ਹਰੇਕ। ਕੀ ਤੁਸੀਂ ਨਹੀਂ ਸਮਝੇ? ਭਾਗ ਐੜਾ। ਪ੍ਰਾਰਥਨਾ ਵਿੱਚ ਸੰਦੇਹ ਨਹੀਂ ਹੁੰਦਾ। ਇਹ ਸਿਰਫ ਵਿਆਪਕ ਹੀ ਨਹੀਂ ਹੈ, ਇਹ ਤਾਂ ਨਿਸ਼ਚਿੰਤ ਹੈ। ਮੈਂ ਇਸ ਨੂੰ ਪਰਖਣ ਲਈ ਕਰਨ ਜਾ ਰਿਹਾ ਹਾਂ। ਕਿਉਂ ਜੋ ਇਸ ਤਰ੍ਹਾਂ ਕਰਨ ਲਈ ਪਰਮੇਸ਼ਰ ਨੇ ਆਖਿਆ ਹੈ ਕਿ ਇਹ ਠੀਕ ਨਹੀਂ ਹੈ। ਉਹ ਆਖਦਾ ਹੈ, ਹਰੇਕ ਜੋ ਮੰਗਦਾ ਹੈ ਕੀ ਪਾ ਲੈਂਦਾ ਹੈ, ਹਰੇਕ ਜੋ ਲੱਭਦਾ ਹੈ ਕੀ ਲੱਭ ਲੈਂਦਾ ਹੈ, ਅਤੇ ਹਰੇਕ ਜੋ ਖੜਕਾਉਂਦਾ ਹੈ ਉਸ ਦੇ ਲਈ ਖੋਲ੍ਹਿਆ ਜਾਂਦਾ ਹੈ। ਤੁਸੀਂ ਆਖ ਸਕਦੇ ਹੋ, ਪਾਸਟਰ ਜਰਮੀਆ, ਕੀ ਤੁਸੀਂ ਸੱਚਮੁੱਚ ਇਸ ਗੱਲ ਤੇ ਵਿਸ਼ਵਾਸ ਕਰਦੇ ਹੋ? ਤੁਸੀਂ ਜਾਣਦੇ ਹੋ ਇਸ ਦਾ ਇੱਕ ਹੀ ਕਾਰਨ ਹੈ ਜੋ ਅਸੀਂ ਪ੍ਰਾਰਥਨਾ ਨਹੀਂ ਕਰਦੇ, ਕਿਉਂਕਿ ਅਸੀਂ ਵਿਸ਼ਵਾਸ ਹੀ ਨਹੀਂ ਕਰਦੇ। ਜੇ ਅਸੀਂ ਵਿਸ਼ਵਾਸ ਨਹੀਂ ਕਰਦੇ ਤੇ ਸਮੱਸਿਆ ਇਹ ਹੈ ਕਿ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਇਮਾਨਦਾਰ ਨਹੀਂ ਹਾਂ। ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਤਾਂ ਆਪਣਾ ਖਜ਼ਾਨਾ ਖੋਲ੍ਹ ਕੇ ਇੰਤਜ਼ਾਰ ਕਰ ਰਿਹਾ ਹੈ ਅਤੇ ਸਾਨੂੰ ਦੇਣਾ ਚਾਹੁੰਦਾ ਹੈ ਜਿਸ ਦੀ ਸਾਨੂੰ ਜ਼ਰੂਰਤ ਹੈ। ਉਸ ਦੇ ਕੋਲ ਤਾਂ ਸਭ ਕੁਝ ਹੈ। ਉਸ ਦੇ ਕੋਲ ਉਹ ਹੈ ਜਿਸ ਦੀ ਸਾਨੂੰ ਜ਼ਰੂਰਤ ਹੈ। ਉਹ ਤਾਂ ਬਸ ਇੰਤਜ਼ਾਰ ਕਰ ਰਿਹਾ ਹੈ ਕਿ ਅਸੀਂ ਮੰਗੀਏ। ਮੈਂ ਮੁਰੇ ਦੀ ਇੱਕ ਛੋਟੀ ਕਿਤਾਬ ਜਿਸ ਦਾ ਨਾਂ ਵਿਦ ਦਾ ਕ੍ਰਾਈਸਟ ਇਨ ਦਾ ਸਕੂਲ ਆਫ ਪ੍ਰੇਅਰ ਪੜ੍ਹ ਰਿਹਾ ਸੀ। ਮੈਂ ਸੋਚਦਾ ਹਾਂ ਪ੍ਰਾਰਥਨਾ ਉੱਪਰ ਲਿਖੀ ਗਈ ਇਹ ਕਿਤਾਬ ਬਹੁਤ ਹੀ ਅੱਛੀ ਹੈ। ਇਸ ਕਿਤਾਬ ਵਿੱਚ ਉਹ ਇਸ ਤਰ੍ਹਾਂ ਆਖਦਾ ਹੈ, ਕਲੀਸਿਆ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਆਪਣੇ ਦਿਲ ਨਾਲ ਇਹ ਗੱਲ ਨਹੀਂ ਜਾਣ ਸਕੇ ਕਿ ਪਰਮੇਸ਼ਰ ਆਪਣੇ ਬੱਚਿਆਂ ਲਈ ਕੀ ਕਰੇਗਾ, ਜੋ ਉਸ ਉੱਤੇ ਭਰੋਸਾ ਕਰਦੇ ਹਨ ਕਿ ਉਹਨਾਂ ਦੀ ਪ੍ਰਾਰਥਨਾ ਸੁਣੀ ਜਾਏਗੀ। ਮੰਗੋ ਤਾਂ ਤੁਸੀਂ ਪਾਓਗੇ, ਹਰੇਕ ਜੋ ਮੰਗਦਾ ਹੈ ਉਹ ਪਾ ਲੈਂਦਾ ਹੈ। ਇਹ ਪਰਮੇਸ਼ਰ ਦੇ ਰਾਜ ਦਾ ਪੱਕਾ ਆਤਮਿਕ ਨਿਯਮ ਹੈ। ਜੇ ਤੁਸੀਂ ਮੰਗਦੇ ਹੋ ਅਤੇ ਨਹੀਂ ਪਾਉਂਦੇ ਤਾਂ ਇਸ ਦਾ ਮਤਲਬ ਹੈ ਤੁਹਾਡੇ ਅੰਦਰ ਕੋਈ ਕਮੀ ਹੈ। ਜਾਂ ਤੁਹਾਡੀ ਪ੍ਰਾਰਥਨਾ ਵਿੱਚ ਗੌਰ ਕਰੋ, ਵਚਨ ਅਤੇ ਆਤਮਾ ਨੂੰ ਮਹੱਤਤਾ ਦੇਵੋ ਤਾਂ ਕਿ ਉਹ ਤੁਹਾਨੂੰ ਪ੍ਰਾਰਥਨਾ ਕਰਨੀ ਸਿਖਾ ਸਕਣ। ਪਰ ਭਰੋਸਾ ਨਾ ਛੱਡੋ, ਹਰੇਕ ਜੋ ਮੰਗਦਾ ਹੈ ਪਾ ਲੈਂਦਾ ਹੈ। ਇਹਨਾਂ ਸ਼ਬਦਾਂ ਦੇ ਬਾਰੇ ਦੁਨਿਆਵੀ ਬੁੱਧੀ ਨਾਲ ਨਾ ਸੋਚੋ। ਵਿਸ਼ਵਾਸ ਕਰੋ, ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਉੱਤਰ ਦਿੰਦਾ ਹੈ। ਮੈਂ ਇੱਕ ਛੋਟੀ ਜਿਹੀ ਪ੍ਰਾਰਥਨਾ ਲਿਖੀ ਹੈ ਜੋ ਇਸ ਤਰ੍ਹਾਂ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਉੱਤਰ ਦਿੰਦਾ ਹੈ। ਉੱਤਰ ਦਿੰਦਾ ਹੈ ਹਰ ਸਮੇਂ, ਹਰ ਜਗ੍ਹਾ। ਮੈਂ ਆਪਣੀ ਚਿੰਤਾ ਜੋ ਨਹੀਂ ਚੁੱਕ ਸਕਦਾ, ਮੈਂ ਉਸ ਨੂੰ ਦੇ ਦੇਵਾਂ। ਜੋ ਮੇਰੀ ਪ੍ਰਾਰਥਨਾ ਸੁਣਦਾ ਹੈ, ਉਹ ਪ੍ਰਾਰਥਨਾ ਸੁਣਦਾ ਹੈ। ਪਰਮੇਸ਼ਰ ਪ੍ਰਾਰਥਨਾ ਸੁਣਦਾ ਹੈ। ਨੰਬਰ 3, ਪ੍ਰਾਰਥਨਾ ਦਾ ਸਪਸ਼ਟੀਕਰਨ 7 ਅਧਿਆਇ ਤੋਂ ਲੈ ਕੇ 9 ਤੋਂ 10 ਐਤ ਤੱਕ। ਆਓ ਹੁਣ ਤੀਜੀ ਗੱਲ ਪ੍ਰਾਰਥਨਾ ਦੇ ਸਪਸ਼ਟੀਕਰਨ ਦੇ ਬਾਰੇ ਐਤ 9 ਅਤੇ 10 ਵੇਖੀਏ। ਉਹ ਦੱਸਦੀ ਹੈ, ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਹਨੂੰ ਪੱਥਰ ਦੇਵੇ, ਅਤੇ ਜੇ ਮੱਛੀ ਮੰਗੇ ਤਾਂ ਉਹ ਉਹਨੂੰ ਸੱਪ ਦੇਵੇ। ਯਿਸੂ ਹੁਣ ਚਾਹੁੰਦਾ ਹੈ ਕਿ ਉਹ ਸਾਨੂੰ ਸਾਡੇ ਵਿਹਾਰਿਕ ਜੀਵਨ ਤੋਂ ਸਮਝ ਦੇਵੇ ਅਤੇ ਉਹ ਆਖਦਾ ਹੈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਜਰਾ ਵਿਚਾਰ ਕਰੋ। ਜਿਨ੍ਹਾਂ ਦੇ ਬੱਚੇ ਹਨ ਅਤੇ ਉਹ ਇਸ ਬਾਰੇ 2 ਦ੍ਰਿਸ਼ਟਾਂਤ ਦਿੰਦੇ ਹਨ ਕਿ ਤੁਹਾਨੂੰ ਯਾਦ ਹੈ ਜਦ ਪ੍ਰਭੂ ਯਿਸੂ ਜੰਗਲ ਵਿੱਚ ਸ਼ੈਤਾਨ ਵੱਲੋਂ ਪਰਤਿਆਇਆ ਜਾ ਰਿਹਾ ਸੀ। ਸ਼ੈਤਾਨ ਨੇ ਉਸ ਨੂੰ ਆਖਿਆ ਸੀ ਕਿ ਤੂੰ ਇਹ ਪੱਥਰ ਲੈ ਅਤੇ ਰੋਟੀ ਵਿੱਚ ਬਦਲ ਦੇ। ਜਿਸ ਜੰਗਲ ਵਿੱਚ ਯਿਸੂ ਅਤੇ ਸ਼ੈਤਾਨ ਖੜੇ ਸਨ, ਉਸ ਜਗ੍ਹਾ ਤੇ ਪੱਥਰ ਰੋਟੀ ਦੀ ਤਰ੍ਹਾਂ ਸ਼ਕਲ ਵਰਗੇ ਸਨ। ਮੈਂ ਸੋਚਦਾ ਹਾਂ ਸ਼ੈਤਾਨ ਨੇ ਪੱਥਰ ਵੱਲ ਵੇਖਿਆ ਹੋਵੇਗਾ ਜੋ ਰੋਟੀ ਦੀ ਸ਼ਕਲ ਵਰਗੇ ਸਨ ਅਤੇ ਆਖਿਆ, ਤੂੰ ਕਿਉਂ ਨਹੀਂ ਇਹਨਾਂ ਪੱਥਰਾਂ ਨੂੰ ਲੈ ਕੇ ਰੋਟੀ ਦੇ ਵਿੱਚ ਬਦਲ ਦਿੰਦਾ। ਯਿਸੂ ਨੇ ਉਸ ਦੀ ਸਮਾਨਤਾ ਨੂੰ ਇਸਤੇਮਾਲ ਕੀਤਾ ਤੇ ਉਸ ਨੇ ਆਖਿਆ, ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਜੋ ਉਸ ਦਾ ਪੁੱਤਰ ਉਸ ਕੋਲ ਆ ਕੇ ਆਖੇ, ਮੈਨੂੰ ਇੱਕ ਰੋਟੀ ਦੀ ਜ਼ਰੂਰਤ ਹੈ, ਅਤੇ ਉਹ ਝੁੱਕ ਕੇ ਇੱਕ ਪੱਥਰ ਚੁੱਕ ਲਵੇ ਅਤੇ ਆਖੇ, ਲੈ ਇਹ ਹੈ।
ਜਾਂ ਉਸ ਸਮੇਂ ਦੇ ਲੋਕ ਮੱਛੀ ਫੜਨ ਦਾ ਧੰਦਾ ਕਰਦੇ ਸਨ ਅਤੇ ਜਾਲ ਦੇ ਦੁਆਰਾ ਬਹੁਤ ਸਾਰੀਆਂ ਮੱਛੀਆਂ ਫੜਦੇ ਸਨ। ਇਹਨਾਂ ਮੱਛੀਆਂ ਦੇ ਨਾਲ ਜਾਲ ਵਿੱਚ ਕਈ ਵਾਰ ਪਾਣੀ ਦੇ ਵੀ ਸੱਪ ਆ ਜਾਂਦੇ ਸਨ। ਯਿਸੂ ਨੇ ਉਹਨਾਂ ਨੂੰ ਉਦਾਹਰਨ ਦੇ ਕੇ ਸਮਝਾ ਰਿਹਾ ਹੈ, ਜੇ ਕਿਸੇ ਦਾ ਪੁੱਤਰ ਆ ਕੇ ਆਖੇ, ਡੈਡੀ ਮੈਨੂੰ ਮੱਛੀ ਚਾਹੀਦੀ ਹੈ, ਅਤੇ ਤੁਸੀਂ ਜਾਲ ਵਿੱਚੋਂ ਇੱਕ ਮੱਛੀ ਦੀ ਜਗ੍ਹਾ ਉਸ ਨੂੰ ਸੱਪ ਕੱਢ ਕੇ ਦਵੋ, ਉਹ ਆਖਦਾ ਹੈ, ਤੁਸੀਂ ਜੋ ਲੋਕ ਬੁਰੇ ਹੋ ਕੇ, ਉਹ ਇੱਥੇ ਬੁਰੇ ਆਖ ਰਿਹਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਬੁਰੇ ਹੋ, ਪਰ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਪਰਮੇਸ਼ਰ ਦੀ ਅੱਛਾਈ ਦੇ ਮੁਕਾਬਲੇ ਅਸੀਂ ਬੁਰੇ ਹਾਂ। ਤੁਸੀਂ ਜੋ ਬੁਰੇ ਹੋ, ਤੁਸੀਂ ਜੋ ਸਿੱਧ ਨਹੀਂ ਹੋ, ਤੁਸੀਂ ਇਸ ਤਰ੍ਹਾਂ ਕਦੇ ਨਹੀਂ ਕਰੋਗੇ। ਸਾਡੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ। ਅਸੀਂ ਬਹੁਤ ਸਾਰੇ ਲੋਕ ਇੱਥੇ ਹਾਂ, ਜੇ ਸਾਡਾ ਬੱਚਾ ਆਪਣੀ ਕੋਈ ਜ਼ਰੂਰਤ ਲੈ ਕੇ ਸਾਡੇ ਕੋਲ ਆਉਂਦਾ ਹੈ ਜੋ ਸਹੀ ਹੈ, ਅਸੀਂ ਸਿਰਫ ਇਹ ਨਹੀਂ ਚਾਹੁੰਦੇ ਕਿ ਉਸ ਦੀ ਜ਼ਰੂਰਤ ਪੂਰੀ ਹੋ ਜਾਵੇ, ਅਸੀਂ ਉਸ ਦੀ ਜ਼ਰੂਰਤ ਲਈ ਹਰ ਇੱਕ ਯਤਨ ਕਰਦੇ ਹਾਂ, ਭਾਵੇਂ ਉਹ ਕਿੰਨੇ ਵੀ ਮੁਸ਼ਕਲ ਹੋਣ। ਇਸ ਤਰ੍ਹਾਂ ਕਰਨ ਲਈ ਸਾਡਾ ਦਿਲ ਕਰਦਾ ਹੈ, ਕਿਉਂ ਜੋ ਅਸੀਂ ਉਸ ਦੇ ਮਾਂ-ਬਾਪ ਹਾਂ, ਸਾਨੂੰ ਇਹ ਸਭ ਕੁਝ ਕਰਨਾ ਅੱਛਾ ਲੱਗਦਾ ਹੈ। ਯਿਸੂ ਨੇ ਆਖਿਆ, ਸੁਣੋ, ਜੇ ਤੁਸੀਂ ਇਨਸਾਨੀ ਦਾਇਰੇ ਵਿੱਚ ਸਭ ਕੁਝ ਕਰਦੇ ਹੋ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਬੁਰੀ ਚੀਜ਼ ਨਹੀਂ ਦੇ ਸਕਦੇ, ਪਰ ਅੱਛੇ ਤੋਹਫੇ ਹੀ ਦੇਣਾ ਚਾਹੁੰਦੇ ਹੋ, ਕੀ ਤੁਸੀਂ ਸੋਚਦੇ ਹੋ ਕਿ ਮੈਂ ਤੁਹਾਨੂੰ ਤੁਹਾਡੇ ਨਾਲੋਂ ਵੀ ਘਟੀਆਂ ਚੀਜ਼ਾਂ ਦੇਣ ਜਾ ਰਿਹਾ ਹਾਂ? ਕੀ ਪਰਮੇਸ਼ਰ ਕੁਝ ਘਟੀਆ ਦੇਣ ਜਾ ਰਿਹਾ ਹੈ? ਕਿ ਤੁਸੀਂ ਸੋਚਦੇ ਹੋ ਕਿ ਤੁਸੀਂ ਬੁਰੇ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਅੱਛੇ ਤੋਹਫੇ ਦੇਣਾ ਜਾਣਦੇ ਹੋ, ਪਰ ਤੁਸੀਂ ਕਿਉਂ ਨਹੀਂ ਸੋਚਦੇ ਕਿ ਪਰਮੇਸ਼ਰ ਆਪਣੇ ਬੱਚਿਆਂ ਨੂੰ ਬਹੁਤ ਕੁਝ ਅੱਛਾ ਦੇਣਾ ਚਾਹੁੰਦਾ ਹੈ? ਕਿਉਂਕਿ ਉਹ ਪਰਮੇਸ਼ਰ ਹੈ। ਇਹ ਦ੍ਰਿਸ਼ਟਾਂਤ ਹੈ ਜਿਸ ਨੂੰ ਸਮਝ ਕੇ ਤੁਸੀਂ ਪਰਮੇਸ਼ਰ ਦੇ ਕੋਲ ਆ ਸਕਦੇ ਹੋ। ਤੁਸੀਂ ਜਾਣਦੇ ਹੋ, ਮੈਂ ਸੋਚਦਾ ਹਾਂ ਬਹੁਤ ਸਾਰੇ ਮਸੀਹ ਇਸ ਤਰ੍ਹਾਂ ਪ੍ਰਾਰਥਨਾ ਕਰਦੇ ਹਨ। ਉਹ ਸੋਚਦੇ ਹਨ ਕਿ ਸਾਨੂੰ ਪਰਮੇਸ਼ਰ ਦੀ ਅਨਿੱਛਾ ਨੂੰ ਤੋੜਨਾ ਪਵੇਗਾ, ਉਹਨਾਂ ਨੂੰ ਦਰਵਾਜ਼ੇ ਉੱਤੇ ਠਾ ਕਰਕੇ ਤਦ ਤੱਕ ਸ਼ੋਰ ਪਾਉਣਾ ਪਵੇਗਾ ਜਦ ਤੱਕ ਪਰਮੇਸ਼ਰ ਉਹਨਾਂ ਦੀ ਸੁਣਦਾ ਨਹੀਂ। ਅੱਜ ਮੈਂ ਜਗਤ ਵਿੱਚ ਕੇਵਲ ਇਸ ਗੱਲ ਨੂੰ ਪਹੁੰਚਾਉਣਾ ਚਾਹੁੰਦਾ ਹਾਂ ਕਿ ਅਸੀਂ ਕਿਉਂ ਨਹੀਂ ਸਮਝਦੇ ਕਿ ਸਾਡਾ ਇੱਕ ਪਰਮੇਸ਼ਰ ਹੈ ਜੋ ਸਾਡੀ ਸੁਣਦਾ ਔਰ ਸਾਡੀ ਇੱਛਾ ਪੂਰੀ ਕਰਦਾ ਹੈ, ਸਾਡੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਉਸ ਲਈ ਚੰਗਿਆੜਦੇ ਰਹੀਏ। ਉਹ ਨਹੀਂ ਚਾਹੁੰਦਾ ਕਿ ਸਾਡੀ ਪ੍ਰਾਰਥਨਾ ਇੱਕ ਪਹੀਏ ਵਾਂਗੂ ਘੁੰਮਦੀ ਰਹੇ। ਸਾਨੂੰ ਜੋ ਕਰਨਾ ਚਾਹੀਦਾ ਹੈ ਉਹ ਇਹ ਹੈ, ਜ਼ੋਰ ਦੀ ਆਵਾਜ਼ ਦੇ ਕੇ ਮੰਗੀਏ। ਸਾਨੂੰ ਬਸ ਮੰਗਣਾ ਹੈ, ਸਾਨੂੰ ਤਾਂ ਇਹੀ ਕਰਨਾ ਹੈ। ਸਾਨੂੰ ਪਰਮੇਸ਼ਰ ਦੇ ਕੋਲ ਜਾਣਾ ਹੈ ਅਤੇ ਮੰਗਣਾ ਹੈ। ਪਰਮੇਸ਼ਰ ਇਸ ਦੀ ਇੱਛਾ ਰੱਖਦਾ ਹੈ ਜਿਵੇਂ ਇਨਸਾਨੀ ਪਿਤਾ ਕਰਦਾ ਹੈ। ਪਰਮੇਸ਼ਰ ਸਾਨੂੰ ਸੁਣਨ ਦੀ ਇੱਛਾ ਰੱਖਦਾ ਹੈ। ਕਿਸੇ ਨੇ ਮੈਨੂੰ ਪੁੱਛਿਆ, ਪਾਸਟਰ ਜ਼ਰਮੀਆ, ਮੈਂ ਕੀ ਕਰਾਂ, ਕਿਉਂ ਜੋ ਮੈਂ ਪ੍ਰਾਰਥਨਾ ਕਰਦਾ ਹਾਂ ਅਤੇ ਜੋ ਮੈਂ ਚਾਹੁੰਦਾ ਹਾਂ ਉਹ ਮੈਨੂੰ ਨਹੀਂ ਮਿਲਦਾ? ਤੁਸੀਂ ਜਾਣਦੇ ਹੋ, ਪ੍ਰਾਰਥਨਾ ਦੇ ਇੱਕ ਤੋਂ ਜ਼ਿਆਦਾ ਉੱਤਰ ਹੁੰਦੇ ਹਨ। ਕੀ ਤੁਸੀਂ ਜਾਣਦੇ ਹੋ, ਬਿਲ ਹੇਬਲ ਨੇ ਇਸ ਬਾਰੇ ਇੱਕ ਛੋਟਾ ਜਿਹਾ ਸੂਤਰ ਲਿਖਿਆ, ਮੈਂ ਉਸ ਨੂੰ ਲਿਖ ਲਿਆ ਹੈ। ਜੇ ਤੁਹਾਡੀ ਪ੍ਰਾਰਥਨਾ ਗਲਤ ਹੈ, ਪਰਮੇਸ਼ਰ ਆਖਦਾ ਹੈ ਨਹੀਂ। ਜੇ ਸਮੇਂ ਗਲਤ ਹੈ, ਪਰਮੇਸ਼ਰ ਆਖਦਾ ਹੈ ਹੌਲੀ। ਜੇ ਤੁਸੀਂ ਗਲਤ ਹੋ, ਪਰਮੇਸ਼ਰ ਆਖਦਾ ਹੈ ਵਧੋ। ਜੇ ਪ੍ਰਾਰਥਨਾ ਸਹੀ ਹੈ, ਸਮੇਂ ਸਹੀ ਹੈ, ਜੇ ਤੁਸੀਂ ਸਹੀ ਹੋ, ਪਰਮੇਸ਼ਰ ਆਖਦਾ ਹੈ ਚਲੋ। ਇਹ ਕਿੰਨੀ ਸਾਫ਼ ਸੁੰਦਰ ਗੱਲ ਹੈ ਕਿ ਇਹ ਨਹੀਂ ਹੈ। ਜੇ ਪ੍ਰਾਰਥਨਾ ਗਲਤ ਹੈ, ਪਰਮੇਸ਼ਰ ਆਖਦਾ ਹੈ ਨਹੀਂ। ਕਿ ਇਹ ਉੱਤਰ ਹੈ? ਮੈਂ ਚਾਹੁੰਦਾ ਹਾਂ ਇਸ ਸੱਚਾਈ ਦੇ ਬਾਰੇ ਗਵਾਹੀ ਦਿਆਂ, ਕਿਉਂਕਿ ਉੱਤਰ ਨਹੀਂ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਮੇਰੀ ਪ੍ਰਾਰਥਨਾ ਦਾ ਪਰਮੇਸ਼ਰ ਇਸ ਤਰ੍ਹਾਂ ਉੱਤਰ ਦੇ ਚੁੱਕਾ ਹੈ ਕਿਉਂਕਿ ਮੈਂ ਸਹੀ ਚੀਜ਼ ਮੰਗਣ ਵਿੱਚ ਬੇਵਕੂਫੀ ਕਰਦਾ ਸੀ। ਉਸ ਨੇ ਆਖਿਆ ਨਹੀਂ। ਪਰਮੇਸ਼ਰ ਦਾ ਧੰਨਵਾਦ ਹੋਵੇ, ਉਸ ਨੇ ਆਖਿਆ ਨਹੀਂ। ਸੁਣੋ, ਕਈ ਵਾਰ ਪਰਮੇਸ਼ਰ ਆਖਦਾ ਹੈ ਨਹੀਂ, ਕਈ ਵਾਰ ਸਮੇਂ ਠੀਕ ਨਹੀਂ ਹੁੰਦਾ। ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਕੋਈ ਚੀਜ਼ ਪਰਮੇਸ਼ਰ ਕੋਲੋਂ ਮੰਗਦੇ ਹਾਂ ਅਤੇ ਉਹ ਇਸ ਨੂੰ ਦੇਣਾ ਚਾਹੁੰਦਾ ਹੈ, ਪਰ ਸਮੇਂ ਸਹੀ ਨਹੀਂ ਹੁੰਦਾ। ਇਸ ਲਈ ਪਰਮੇਸ਼ਰ ਆਖਦਾ ਹੈ ਹੌਲੀ ਕਿ ਇਹ ਉੱਤਰ ਹੈ, ਇਹੀ ਉੱਤਰ ਹੈ। ਕਈ ਵਾਰ ਅਸੀਂ ਪਰਮੇਸ਼ਰ ਕੋਲੋਂ ਕੁਝ ਮੰਗਦੇ ਹਾਂ ਅਤੇ ਚਾਹੁੰਦੇ ਹਾਂ ਕਿ ਸਾਨੂੰ ਹੁਣੇ ਹੀ ਮਿਲ ਜਾਵੇ, ਪਰ ਪਰਮੇਸ਼ਰ ਅਹਿਸਾਸ ਕਰਦਾ ਹੈ ਕਿ ਅਸੀਂ ਹੁਣੇ ਹੀ ਇਸ ਨੂੰ ਲੈਣ ਦੇ ਯੋਗ ਨਹੀਂ ਹਾਂ ਅਤੇ ਉਹ ਆਖਦਾ ਹੈ ਹੌਲੀ। ਅਤੇ ਫਿਰ ਕਈ ਵਾਰ ਅਸੀਂ ਪਰਮੇਸ਼ਰ ਕੋਲੋਂ ਕੁਝ ਮੰਗਦੇ ਹਾਂ ਪਰ ਆਤਮਿਕ ਤੌਰ ਤੇ ਇਸ ਨੂੰ ਪ੍ਰਾਪਤ ਕਰਨ ਲਈ ਤਿਆਰ ਨਹੀਂ ਹੁੰਦੇ ਅਤੇ ਪਰਮੇਸ਼ਰ ਆਖਦਾ ਹੈ ਵਧੋ, ਤੁਹਾਨੂੰ ਅਜੇ ਵਧਣ ਦੀ ਜ਼ਰੂਰਤ ਹੈ, ਤਦ ਮੈਂ ਤੁਹਾਨੂੰ ਦਵਾਂਗਾ। ਅਤੇ ਜਦ ਸਭ ਚੀਜ਼ਾਂ ਠੀਕ ਹੋ ਜਾਂਦੀਆਂ ਹਨ, ਪਰਮੇਸ਼ਰ ਆਖਦਾ ਹੈ ਚੱਲੋ। ਉਹ ਉੱਤਰ ਦਿੰਦਾ ਹੈ ਜਦ ਤੁਸੀਂ ਪਰਮੇਸ਼ਰ ਕੋਲੋਂ ਮੰਗਦੇ ਹੋ, ਜਦ ਤੁਸੀਂ ਪ੍ਰਾਰਥਨਾ ਲਈ ਸਾਹਸ ਪੈਦਾ ਕਰ ਲੈਂਦੇ ਹੋ, ਤੁਸੀਂ ਯਕੀਨ ਕਰ ਸਕਦੇ ਹੋ ਕਿ ਪਰਮੇਸ਼ਰ ਉੱਤਰ ਦੇਵੇਗਾ। ਨੰਬਰ 4, ਪ੍ਰਾਰਥਨਾ ਦਾ ਅਸਰ।
ਹੁਣ ਮੈਂ ਤੁਹਾਨੂੰ ਚੌਥੀ ਚੀਜ਼ ਦਿੰਦਾ ਹਾਂ ਅਤੇ ਉਹ ਹੈ ਪ੍ਰਾਰਥਨਾ ਦਾ ਅਸਰ। ਧਿਆਨ ਦਿਓ ਉਹ ਕੀ ਆਖਦਾ ਹੈ। ਸੋ ਜੋ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਚਾਹੁੰਦੇ ਹੋ, ਤਾਂ ਕਿੰਨਾ ਵਧੀਕ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ। ਮੱਤੀ 7:11 ਮੈਂ ਇਸ ਚੌਥੀ ਗੱਲ ਤੇ ਜਲਦੀ ਹੀ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਕੋਲ ਬਹੁਤ ਅੱਛੇ ਤੋਹਫੇ ਹਨ ਜੋ ਉਹ ਸਾਨੂੰ ਦੇਣਾ ਚਾਹੁੰਦਾ ਹੈ, ਅਤੇ ਜਦ ਅਸੀਂ ਪ੍ਰਾਰਥਨਾ ਕਰੀਏ ਉਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਆਸ਼ਾ ਕਰਨੀ ਚਾਹੀਦੀ ਹੈ। ਮੈਂ ਥੋੜ੍ਹੀ ਦੇਰ ਲਈ ਇਸ ਦਾ ਸਪਸ਼ਟੀਕਰਨ ਦਿਆਂਗਾ। ਸਾਰ ਹੁਣ ਇਸ ਤੋਂ ਪਹਿਲਾਂ ਕਿ ਆਪਣੀ ਬਾਈਬਲ ਬੰਦ ਕਰੀਏ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਐਤਾਂ ਵਿੱਚ ਪ੍ਰਾਰਥਨਾ ਦੇ ਬਾਰੇ 3 ਵੱਡੇ ਪਾਠ ਹਨ। ਇਹ ਬਹੁਤ ਹੀ ਮਹੱਤਵਪੂਰਨ ਹਨ। ਭਾਗ ਊੜਾ, ਅਸੀਂ ਵਿਅਕਤੀਗਤ ਪ੍ਰਾਰਥਨਾ ਕਰ ਸਕਦੇ ਹਾਂ। ਇਹ ਸਾਨੂੰ ਸਿਖਾਉਂਦਾ ਹੈ ਕਿ ਪ੍ਰਾਰਥਨਾ ਵਿਅਕਤੀਗਤ ਹੋਣੀ ਚਾਹੀਦੀ ਹੈ। ਸਾਨੂੰ ਵਿਅਕਤੀਗਤ ਰੂਪ ਵਿੱਚ ਪ੍ਰਾਰਥਨਾ ਕਰਨੀ ਚਾਹੀਦੀ ਹੈ। ਧਿਆਨ ਦਿਓ ਕਿ ਇਹ ਕੀ ਆਖਦਾ ਹੈ। ਹਰ ਪ੍ਰਣਾਉ ਇੱਕ ਵਿਅਕਤੀਗਤ ਪ੍ਰਣਾਉ ਹੁੰਦਾ ਹੈ। ਉਸ ਨੂੰ ਮੰਗਣ ਦਿਓ, ਉਸ ਨੂੰ ਨਾ ਸੋਚਣ ਦਿਓ। ਪ੍ਰਾਰਥਨਾ ਲਈ ਇਹ ਜ਼ਰੂਰੀ ਨਹੀਂ ਕਿ ਇਹ ਇਕੱਠ ਰੂਪ ਵਿੱਚ ਹੋਵੇ, ਜਦ ਕਿ ਇਹ ਬਹੁਤ ਅੱਛਾ ਹੈ ਕਿ ਅਸੀਂ ਇਕੱਠੇ ਹੋ ਕੇ ਇੱਕ ਸਮੂਹ ਵਿੱਚ ਪ੍ਰਾਰਥਨਾ ਕਰੀਏ। ਪਰ ਪ੍ਰਾਰਥਨਾ ਵਿਅਕਤੀਗਤ ਹੁੰਦੀ ਹੈ ਅਤੇ ਸਮੂਹਿਕ ਪ੍ਰਾਰਥਨਾ ਵੀ ਉਨੀ ਹੀ ਅੱਛੀ ਹੁੰਦੀ ਹੈ ਜਿੰਨੀ ਕਿ ਵਿਅਕਤੀਗਤ ਪ੍ਰਾਰਥਨਾ। ਕੀ ਇਹ ਇਸ ਤਰ੍ਹਾਂ ਨਹੀਂ ਹੈ? ਸਮੂਹਿਕ ਪ੍ਰਾਰਥਨਾ ਕੀ ਹੈ? ਕੁਝ ਲੋਕ ਜਦ ਇਕੱਠੇ ਰੂਪ ਵਿੱਚ ਪ੍ਰਾਰਥਨਾ ਕਰਦੇ ਹਨ। ਮੈਂ ਚਾਹੁੰਦਾ ਹਾਂ ਇਸ ਗੱਲ ਦੇ ਦੁਆਰਾ ਜ਼ੋਰ ਦੇਵਾਂ ਕਿ ਤੁਸੀਂ ਆਪਣੀ ਪ੍ਰਾਰਥਨਾ ਦੀ ਜ਼ਿੰਮੇਵਾਰੀ ਆਪਣੀ ਚਰਚ ਜਾਂ ਆਪਣੇ ਸੰਡੇ ਸਕੂਲ ਕਲਾਸ ਜਾਂ ਆਪਣੇ ਮਾਂ-ਬਾਪ ਜਾਂ ਆਪਣੇ ਪਰਿਵਾਰ ਨੂੰ ਨਹੀਂ ਦੇ ਸਕਦੇ। ਪਰਮੇਸ਼ਰ ਨੇ ਹਰੇਕ ਨੂੰ ਵਿਅਕਤੀਗਤ ਰੂਪ ਵਿੱਚ ਪ੍ਰਾਰਥਨਾ ਕਰਨ ਲਈ ਆਖਿਆ ਹੈ। ਉਸ ਨੂੰ ਮੰਗਣ ਦਿਓ ਵਿਅਕਤੀਗਤ ਰੂਪ ਵਿੱਚ। ਭਾਗ ਐੜਾ, ਅਸੀਂ ਵਿਸ਼ੇਸ਼ ਪ੍ਰਾਰਥਨਾ ਕਰ ਸਕਦੇ ਹਾਂ। ਦੂਸਰੀ ਚੀਜ਼, ਜਦ ਤੁਸੀਂ ਪ੍ਰਾਰਥਨਾ ਕਰੋ ਤੁਹਾਨੂੰ ਵਿਸ਼ੇਸ਼ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਬਾਰੇ ਤੁਸੀਂ ਇੱਕ ਦਿਲਚਸਪ ਵਿਆਖਿਆ ਸੁਣੋ। ਵਿਆਖਿਆ ਇਹ ਹੈ, ਜੇ ਕੋਈ ਆਪਣੇ ਪਿਤਾ ਨੂੰ ਆ ਕੇ ਆਖੇ ਮੈਂ ਥੋੜ੍ਹੀ ਰੋਟੀ ਚਾਹੁੰਦਾ ਹਾਂ, ਮੈਂ ਥੋੜ੍ਹੀ ਮੱਛੀ ਚਾਹੁੰਦਾ ਹਾਂ। ਵਿਆਖਿਆ ਬਿਲਕੁਲ ਸਪਸ਼ਟ ਹੈ। ਜਦ ਤੁਸੀਂ ਪ੍ਰਾਰਥਨਾ ਕਰੋ ਤੁਸੀਂ ਕਿਸੇ ਖਾਸ ਚੀਜ਼ ਲਈ ਪ੍ਰਾਰਥਨਾ ਕਰੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿਉਂਕਿ ਮੈਂ ਕਈ ਮਸੀਹੀ ਪ੍ਰਾਰਥਨਾ ਸਭਾ ਵਿੱਚ ਭਾਗ ਲੈ ਚੁੱਕਾ ਹਾਂ ਜਿੱਥੇ ਮੈਂ ਲੋਕਾਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਦੇ ਹੋਏ ਸੁਣਿਆ। ਜਗਤ ਦੇ ਸਾਰੇ ਮਿਸ਼ਨਰੀਆਂ ਲਈ ਠੀਕ ਹੈ, ਇਹ ਬਹੁਤ ਅੱਛੀ ਗੱਲ ਹੈ ਅਤੇ ਮੈਂ ਯਕੀਨ ਕਰਦਾ ਹਾਂ ਕਿ ਇਹ ਠੀਕ ਹੈ। ਪਰ ਕੀ ਤੁਸੀਂ ਜਾਣਦੇ ਹੋ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਵਿਆਖਿਆ ਦਿੰਦਾ ਹਾਂ ਕਿ ਤੁਹਾਡੀ ਖਾਸ ਪ੍ਰਾਰਥਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤੁਹਾਡੀ ਪ੍ਰਾਰਥਨਾ ਵਿਸ਼ੇਸ਼ ਚੀਜ਼ ਲਈ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਪ੍ਰਾਰਥਨਾ ਦਾ ਉੱਤਰ ਮਿਲੇ, ਤਾਂ ਕਿ ਤੁਸੀਂ ਇਸ ਨੂੰ ਜਾਣ ਸਕੋ। ਆਮੀਨ। ਤੁਹਾਡੀ ਪ੍ਰਾਰਥਨਾ ਇੰਨੀ ਖਾਸ ਹੋਣੀ ਚਾਹੀਦੀ ਹੈ, ਜੇ ਉਸ ਪ੍ਰਾਰਥਨਾ ਦਾ ਉੱਤਰ ਮਿਲੇ ਤਾਂ ਤੁਹਾਨੂੰ ਪਤਾ ਲੱਗ ਜਾਏ ਕਿ ਉੱਤਰ ਆ ਗਿਆ ਹੈ। ਇਸ ਨੂੰ ਵਿਸ਼ੇਸ਼ ਬਣਾਓ। ਉਹ ਚੀਜ਼ ਮੰਗੋ ਜੋ ਤੁਹਾਨੂੰ ਚਾਹੀਦੀ ਹੈ। ਇਹ ਵੀ ਉਸ ਨੂੰ ਦੱਸੋ ਕਿ ਉਸ ਚੀਜ਼ ਦਾ ਇਹ ਰੰਗ ਚਾਹੁੰਦਾ ਹੈ। ਮੇਰੇ ਕਹਿਣ ਦਾ ਮਤਲਬ ਹੈ, ਮੈਂ ਚਾਹੁੰਦਾ ਹਾਂ ਉਸ ਉੱਪਰ ਨੀਲਾ ਰੰਗ ਕੀਤਾ ਗਿਆ ਹੋਵੇ। ਜੇ ਤੁਸੀਂ ਨੀਲਾ ਰੰਗ ਪਸੰਦ ਕਰਦੇ ਹੋ, ਪਰਮੇਸ਼ਰ ਚਾਹੁੰਦਾ ਹੈ ਕਿ ਸਾਡੀ ਪ੍ਰਾਰਥਨਾ ਖਾਸ ਹੋਵੇ, ਉਸ ਵਿਸ਼ੇਸ਼ ਚੀਜ਼ ਲਈ ਹੋਵੇ ਜਿਸ ਦੀ ਸਾਨੂੰ ਜ਼ਰੂਰਤ ਹੈ। ਪਰਮੇਸ਼ਰ ਕੋਲ ਜਾਓ ਅਤੇ ਆਖੋ, ਪਰਮੇਸ਼ਰ ਮੈਂ ਤੇਰੇ ਸਾਹਮਣੇ ਹਾਂ, ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਕੱਲ ਪ੍ਰਾਰਥਨਾ ਕਰਨ ਦਾ ਇਹ ਤਰੀਕਾ ਹੈ ਕਿ ਤੁਸੀਂ ਸਮਝ ਗਏ ਹੋ। ਮੈਂ ਇਸ ਚੀਜ਼ ਨੂੰ ਬਹੁਤ ਪਸੰਦ ਕਰਦਾ ਹਾਂ। ਸਾਨੂੰ ਪ੍ਰਾਰਥਨਾ ਕਰਨ ਲਈ ਇਹ ਹੀ ਤਰੀਕਾ ਅਪਣਾਉਣਾ ਚਾਹੀਦਾ ਹੈ। ਸਾਡੀ ਪ੍ਰਾਰਥਨਾ ਖਾਸ ਅਤੇ ਬਹੁਤ ਹੀ ਵਿਸ਼ੇਸ਼ ਹੋਣੀ ਚਾਹੀਦੀ ਹੈ। ਭਾਗ ਈੜੀ, ਅਸੀਂ ਨਿਰੰਤਰ ਪ੍ਰਾਰਥਨਾ ਕਰ ਸਕਦੇ ਹਾਂ। ਅਤੇ ਹੁਣ ਤੀਸਰੀ ਚੀਜ਼, ਸਾਨੂੰ ਵਿਅਕਤੀਗਤ ਪ੍ਰਾਰਥਨਾ ਕਰਨੀ ਚਾਹੀਦੀ ਹੈ। ਵਿਸ਼ੇਸ਼ ਚੀਜ਼ ਲਈ ਅਤੇ ਨਿਰੰਤਰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਆਖਰੀ ਪਾਠ ਯਿਸੂ ਮਸੀਹ ਦੇ ਸੰਦੇਸ਼ ਦੇ ਵਿਚਲੇ ਹਿੱਸੇ ਦੇ ਅਨੁਸਾਰ ਹੈ। ਯੂਨਾਨੀ ਭਾਸ਼ਾ ਵਿੱਚ ਆਦੇਸ਼ ਸੂਚਕ ਜਿਸ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ, 2 ਪ੍ਰਕਾਰ ਦੇ ਹੁੰਦੇ ਹਨ। ਇਹਨਾਂ ਨੂੰ ਅਸੀਂ ਭੂਤਪੂਰਵ ਆਦੇਸ਼ ਸੂਚਕ ਅਤੇ ਦੂਜੇ ਨੂੰ ਵਰਤਮਾਨ ਆਦੇਸ਼ ਸੂਚਕ ਆਖਦੇ ਹਾਂ। ਯਾਦ ਕਰੋ, ਮੈਂ ਤੁਹਾਨੂੰ ਦੱਸਿਆ ਸੀ ਮੰਗਣਾ, ਲੱਭਣਾ ਅਤੇ ਖੜਕਾਉਣਾ ਆਦੇਸ਼ ਸੂਚਕ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਜੇ ਉਹ ਭੂਤਪੂਰਵ ਆਦੇਸ਼ ਸੂਚਕ ਹੁੰਦੇ ਤਾਂ ਅਸੀਂ ਉਹਨਾਂ ਦਾ ਇਸਤੇਮਾਲ ਇਸ ਤਰ੍ਹਾਂ ਕਰਦੇ ਹਾਂ। ਜੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਲਾਲ ਬੱਤੀ ਪਾਰ ਨਾ ਕਰੋ, ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਆਖਦਾ ਹਾਂ, ਇਹ ਮੇਰਾ ਆਦੇਸ਼ ਹੈ, ਲਾਲ ਬੱਤੀ ਤੇ ਰੁਕੋ। ਇਹ ਇੱਕ ਭੂਤਪੂਰਵ ਆਦੇਸ਼ ਸੂਚਕ ਹੈ, ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਪਰ ਜੇ ਮੈਂ ਇਸ ਤਰ੍ਹਾਂ ਕਹਾਂ ਕਿ ਜਦ ਕਦੇ ਵੀ ਤੁਸੀਂ ਲਾਲ ਬੱਤੀ ਵੇਖੋ, ਤੁਹਾਨੂੰ ਹਮੇਸ਼ਾ ਰੁਕ ਜਾਣਾ ਚਾਹੀਦਾ ਹੈ, ਇਹ ਵਰਤਮਾਨ ਆਦੇਸ਼ ਸੂਚਕ ਹੈ।
ਇਸ ਦਾ ਅਰਥ ਹੈ ਤੁਹਾਨੂੰ ਇਸ ਤਰ੍ਹਾਂ ਕਰਦੇ ਰਹਿਣਾ ਚਾਹੀਦਾ ਹੈ। ਇਸ ਨੂੰ ਧਿਆਨ ਨਾਲ ਵੇਖੋ ਅਤੇ ਸਮਝੋ। ਮੰਗਣਾ, ਲੱਭਣਾ ਅਤੇ ਖੜਕਾਉਣਾ ਵਰਤਮਾਨ ਆਦੇਸ਼ ਸੂਚਕ ਹਨ। ਇਹਨਾਂ ਸ਼ਬਦਾਂ ਦਾ ਅਰਥ ਹੈ ਮੰਗਦੇ ਹੀ ਰਹੋ, ਲੱਭਦੇ ਹੀ ਰਹੋ ਅਤੇ ਖੜਕਾਉਂਦੇ ਹੀ ਰਹੋ। ਕਦੇ ਨਾ ਰੁਕੋ। ਆਦੇਸ਼ ਇਹ ਹੈ, ਯਿਸੂ ਮਸੀਹ ਦਾ ਇਹ ਹੀ ਸੰਦੇਸ਼ ਹੈ। ਪੂਰੇ ਪਾਠ ਵਿੱਚ ਯਿਸੂ ਮਸੀਹ ਇਹ ਹੀ ਸਿੱਖਿਆ ਦੇ ਰਿਹਾ ਹੈ। ਆਪਣੀ ਪ੍ਰਾਰਥਨਾ ਵਿੱਚ ਨਿਰੰਤਰ ਬਣੇ ਰਹੋ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇੱਕ ਹਫ਼ਤਾ ਕਿਸੇ ਚੀਜ਼ ਲਈ ਪ੍ਰਾਰਥਨਾ ਕਰਦੇ ਹਨ ਅਤੇ ਉਹ ਉਹਨਾਂ ਨੂੰ ਮਿਲਦੀ ਹੈ ਤਾਂ ਉਹ ਪ੍ਰਾਰਥਨਾ ਕਰਨੀ ਬੰਦ ਕਰ ਦਿੰਦੇ ਹਨ। ਜਦ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਗ੍ਰੈਜੂਏਟ ਹੋਣ ਜਾ ਰਿਹਾ ਸੀ ਤਦ ਮੇਰੇ ਪ੍ਰੋਫੈਸਰ ਹੈਬਰਡ ਹੈਡਰਿਕਸ ਨੇ ਇੱਕ ਦਿਨ ਆਪਣੀ ਗਵਾਹੀ ਦਿੱਤੀ ਕਿ ਉਸਨੇ ਕਿਸ ਤਰ੍ਹਾਂ 40 ਸਾਲ ਤੱਕ ਆਪਣੇ ਪਿਤਾ ਨੂੰ ਬਚਾਉਣ ਲਈ ਪ੍ਰਾਰਥਨਾ ਕਰਦੇ ਰਿਹਾ। ਮਰਨ ਤੋਂ ਕੁਝ ਹਫ਼ਤੇ ਪਹਿਲਾਂ ਉਸਦੇ ਪਿਤਾ ਨੇ ਮਸੀਹ ਨੂੰ ਸਵੀਕਾਰ ਕਰ ਲਿਆ। ਉਸਨੇ ਆਖਿਆ, ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਂ ਇਸ ਨੂੰ 25 ਜਾਂ 30 ਜਾਂ 35 ਸਾਲ ਵਿੱਚ ਛੱਡ ਨਹੀਂ ਦਿੱਤਾ। ਉਹ ਇਸ ਦੀ ਚਾਹਤ ਕਰਦਾ ਚਲਾ ਗਿਆ, ਮੰਗਦਾ ਚਲਾ ਗਿਆ, ਖੜਕਾਉਂਦਾ ਚਲਾ ਗਿਆ ਅਤੇ ਪਰਮੇਸ਼ਰ ਨੇ ਸੁਣ ਲਿਆ। ਨਵੇਂ ਨੇਮ ਵਿੱਚ ਇੱਕ ਬਹੁਤ ਹੀ ਰੋਚਕ ਚੀਜ਼ ਹੈ। ਯਿਸੂ ਮਸੀਹ ਨੇ 2 ਦ੍ਰਿਸ਼ਟਾਂਤ ਦਿੱਤੇ ਜਿਸ ਵਿੱਚ ਉਹ ਚਾਹੁੰਦਾ ਸੀ ਕਿ ਅਸੀਂ ਸਮਝ ਜਾਈਏ ਕਿ ਇਹ ਸਿਧਾਂਤ ਕਿੰਨੇ ਮਹੱਤਵਪੂਰਨ ਹਨ। ਉਹਨਾਂ ਵਿੱਚੋਂ ਇੱਕ ਦਾ ਵਰਣਨ ਲੂਕਾ ਵਿੱਚ ਮਿਲਦਾ ਹੈ ਅਤੇ ਲੂਕਾ 11 ਦੀ 5 ਤੋਂ 10 ਵਿੱਚ ਇੱਕ ਆਦਮੀ ਦੀ ਕਹਾਣੀ ਹੈ ਜਿਸ ਦੇ ਕੋਲ ਘਰ ਆਏ ਮਹਿਮਾਨਾਂ ਨੂੰ ਖਵਾਉਣ ਵਾਸਤੇ ਰੋਟੀ ਨਹੀਂ ਸੀ ਕਿਉਂ ਜੋ ਇਹ ਆਦਮੀ ਅੱਧੀ ਰਾਤ ਉਸ ਦੇ ਘਰ ਆਇਆ ਸੀ। ਤੁਹਾਨੂੰ ਇਹ ਕਹਾਣੀ ਯਾਦ ਹੈ। ਉਹ ਆਪਣੇ ਪੜੋਸੀ ਕੋਲ ਗਿਆ। ਸ਼ੁਰੂ ਵਿੱਚ ਤਾਂ ਉਸ ਦੇ ਪੜੋਸੀ ਨੇ ਉਸ ਦੀ ਕੋਈ ਪਰਵਾਹ ਨਹੀਂ ਕੀਤੀ, ਪਰ ਅੰਤ ਵਿੱਚ ਉਸ ਨੇ ਉਹ ਚੀਜ਼ ਦਿੱਤੀ ਜਿਸ ਦੀ ਉਸ ਨੂੰ ਜ਼ਰੂਰਤ ਸੀ ਕਿਉਂ ਜੋ ਇਹ ਵਿਅਕਤੀ ਨਿਰੰਤਰ ਮੰਗਦਾ ਚਲਾ ਗਿਆ। ਯਿਸੂ ਨੇ ਇਹ ਗੱਲ ਦੁਹਰਾਈ ਜਿਸ ਦੀ ਸਿੱਖਿਆ ਉਸ ਨੇ ਆਪਣੇ ਪਹਾੜੀ ਉਪਦੇਸ਼ ਵਿੱਚ ਦਿੱਤੀ ਸੀ। ਤੁਸੀਂ ਜਾਣਦੇ ਹੋ ਉਸ ਨੇ ਕੀ ਕਿਹਾ ਸੀ? ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ, ਲੱਭੋ ਤੇ ਤੁਹਾਨੂੰ ਮਿਲ ਜਾਵੇਗਾ, ਖੜਕਾਓ ਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਯਿਸੂ ਕੀ ਆਖਦਾ ਹੈ? ਤੁਸੀਂ ਇਸ ਤਰ੍ਹਾਂ ਕਰਨ ਲਈ ਨਾ ਰੁਕੋ। ਤੁਸੀਂ ਇਸ ਤਰ੍ਹਾਂ ਕਰਨਾ ਕਦੇ ਨਾ ਛੱਡੋ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਰ ਚਾਹੁੰਦਾ ਹੈ ਕੁਝ ਹੋ ਜਾਏ। ਤੁਸੀਂ ਪ੍ਰਾਰਥਨਾ ਕਰਦੇ ਚਲੇ ਜਾਓ। ਕਈ ਵਾਰ ਪਰਮੇਸ਼ਰ ਸਾਡੇ ਸਮੇਂ ਦੇ ਅਨੁਸਾਰ ਉੱਤਰ ਨਹੀਂ ਦਿੰਦਾ। ਅੱਛਾ ਤਾਂ ਇਹ ਹੈ ਕਿ ਤੁਸੀਂ ਪ੍ਰਾਰਥਨਾ ਕਰਦੇ ਚਲੇ ਜਾਓ ਕਿਉਂਕਿ ਪਰਮੇਸ਼ਰ ਸਾਡੇ ਸਮੇਂ ਦੇ ਅਨੁਸਾਰ ਪਾਬੰਦ ਨਹੀਂ ਹੈ। ਉਹ ਤਾਂ ਆਪਣੇ ਸਮੇਂ ਦੇ ਅਨੁਸਾਰ ਹੀ ਕੰਮ ਕਰਦਾ ਹੈ। ਉਸਨੇ ਤਾਂ ਜਦੋਂ ਉੱਤਰ ਦੇਣਾ ਹੈ ਉਹ ਦੇਵੇਗਾ, ਪਰ ਉਹ ਚਾਹੁੰਦਾ ਹੈ ਕਿ ਤੁਸੀਂ ਪ੍ਰਾਰਥਨਾ ਕਰੋ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਨਿਰੰਤਰ ਪ੍ਰਾਰਥਨਾ ਕਰਦੇ ਰਹੋ। ਇਸ ਨੂੰ ਕਦੇ ਨਾ ਛੱਡੋ ਅਤੇ ਪ੍ਰਾਰਥਨਾ ਵਿੱਚ ਲੱਗੇ ਰਹੋ। ਲੂਕਾ ਅਧਿਆਇ 18 ਵਿੱਚ ਯਿਸੂ ਨੇ ਇੱਕ ਵਿਧਵਾ ਦੇ ਬਾਰੇ ਗੱਲ ਕੀਤੀ ਜਿਸ ਨੂੰ ਇੱਕ ਬੇਈਮਾਨ ਜੱਜ ਕੋਲੋਂ ਨਿਆਂ ਚਾਹੀਦਾ ਸੀ। ਉਹ ਉਸ ਦੇ ਪਿੱਛੇ ਇਸੇ ਤਰੀਕੇ ਦੇ ਨਾਲ ਲੱਗੀ ਰਹੀ ਕਿ ਨਿਆਂ ਕਰ। ਉਸਨੇ ਆਖਿਆ, ਫਿਰ ਭਲਾ ਪਰਮੇਸ਼ਰ ਆਪਣੇ ਚੁਣਿਆ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ ਜਿਹੜੇ ਰਾਤ ਦਿਨ ਉਹਦੀ ਦੁਹਾਈ ਦਿੰਦੇ ਹਨ, ਪਰ ਉਹ ਚੌਥੇ ਦਿਨ ਉਹਨਾਂ ਦੀ ਜਰਦਾ ਹੈ। ਦੂਸਰੇ ਸ਼ਬਦਾਂ ਵਿੱਚ ਪ੍ਰਾਰਥਨਾ ਦੇ ਪਿੱਛੇ ਪੈ ਜਾਣਾ, ਪ੍ਰਾਰਥਨਾ ਨਿਰੰਤਰਤਾ ਵਿੱਚ। ਪਾਲੂਸ ਨੇ ਤਸਲੋਨੀਕੀਆਂ ਦੀ ਕਲੀਸਿਆ ਨੂੰ ਕਿਹਾ, ਬਿਨਾਂ ਰੁਕੇ ਪ੍ਰਾਰਥਨਾ ਵਿੱਚ ਲੱਗੇ ਰਹੋ। ਇਸ ਨੂੰ ਕਦੇ ਬੰਦ ਨਾ ਕਰੋ, ਕਦੇ ਨਾ ਰੁਕੋ। ਤੁਹਾਡੇ ਬੱਚੇ ਕੁਝ ਵੱਡੇ ਹੋ ਚੁੱਕੇ ਹਨ, ਪਰ ਮੈਂ ਤੁਹਾਡੇ ਪਰਿਵਾਰ ਲਈ ਇਹ ਕਹਿਣਾ ਚਾਹੁੰਦਾ ਹਾਂ ਕਿ ਅਜੇ ਕੁਝ ਵੀ ਦੇਰ ਨਹੀਂ ਹੋਈ ਅਤੇ ਤੁਸੀਂ ਉਹਨਾਂ ਬੱਚਿਆਂ ਲਈ ਪ੍ਰਾਰਥਨਾ ਕਰੋ। ਉਹਨਾਂ ਲਈ ਪ੍ਰਾਰਥਨਾ ਕਦੇ ਬੰਦ ਨਾ ਕਰੋ। ਤੁਸੀਂ ਉਹਨਾਂ ਦੀ ਪ੍ਰਾਰਥਨਾ ਦਿਨ ਪ੍ਰਤੀ ਦਿਨ, ਹਫ਼ਤੇ ਦੇ ਹਫ਼ਤੇ ਕਰਦੇ ਰਹੋ। ਕਦੇ ਇਸ ਨੂੰ ਬੰਦ ਨਾ ਕਰੋ। ਮੰਗਣ ਵਿੱਚ ਲੱਗੇ ਰਹੋ, ਲੱਭਣ ਵਿੱਚ ਲੱਗੇ ਰਹੋ, ਖੜਕਾਉਣ ਵਿੱਚ ਲੱਗੇ ਰਹੋ ਕਿਉਂਕਿ ਪਰਮੇਸ਼ਰ ਆਖਦਾ ਹੈ ਜੇ ਇਸ ਤਰ੍ਹਾਂ ਕਰਦੇ ਹਾਂ ਉਹ ਸਾਡੀ ਸੁਣੇਗਾ ਅਤੇ ਸਾਡੀ ਪ੍ਰਾਰਥਨਾ ਦਾ ਉੱਤਰ ਦੇਵੇਗਾ। ਮੈਂ ਬਸ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ ਮੇਰੇ ਦੋਸਤੋ, ਜੋ ਮੈਂ ਅੱਛੀ ਤਰ੍ਹਾਂ ਜਾਣਦਾ ਹਾਂ ਪਰਮੇਸ਼ਰ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਹੋ। ਪਰ ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ ਵਿਸ਼ਵਾਸ ਕਰਨ ਲੱਗ ਜਾਓਗੇ ਅਤੇ ਤੁਸੀਂ ਇਸ ਸਾਹਸ ਭਰੇ ਕੰਮ ਨੂੰ ਕਰਨ ਲੱਗ ਪਵੋਗੇ। ਜ਼ਿੰਦਗੀ ਇੱਕ ਸੁਹਾਵਣਾ ਸਫ਼ਰ ਬਣ ਜਾਂਦੀ ਹੈ ਜਦ ਤੁਸੀਂ ਪ੍ਰਾਰਥਨਾ ਕਰਨ ਲੱਗ ਜਾਂਦੇ ਹੋ। ਤੁਸੀਂ ਕਦੇ ਨਹੀਂ ਜਾਣ ਸਕਦੇ ਕਿ ਪਰਮੇਸ਼ਰ ਕੀ ਕਰ ਰਿਹਾ ਹੈ, ਪਰ ਤੁਸੀਂ ਜਾਣ ਸਕਦੇ ਹੋ ਕਿ ਉਹ ਕੁਝ ਕਰ ਰਿਹਾ ਹੈ। ਆਮੀਨ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੱਤੀ ਦੀ ਇੰਜੀਲ ਦੇ 7 ਅਧਿਆਇ ਦੀ 7 ਤੋਂ ਲੈ ਕੇ 11 ਆਇਤ ਤੱਕ ਦੇ ਵਚਨਾਂ ਉੱਤੇ ਅਸੀਂ ਗੌਰ ਕਰ ਰਹੇ ਸੀ। ਅੱਜ ਅਸੀਂ ਪ੍ਰਾਰਥਨਾ ਦੇ ਬਾਰੇ ਸਿੱਖ ਰਹੇ ਸੀ। ਅਸੀਂ ਪ੍ਰਾਰਥਨਾ ਦੇ ਪ੍ਰਭਾਵ ਬਾਰੇ ਜਾਣਿਆ। ਇਸ ਤੋਂ ਬਾਅਦ ਅਸੀਂ ਵੇਖਿਆ ਕਿ ਪ੍ਰਾਰਥਨਾ ਦੇ ਵਿੱਚ ਸੰਦੇਹ ਨਹੀਂ ਕਰਨਾ ਚਾਹੀਦਾ। ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਜੋ ਅਸੀਂ ਪਰਮੇਸ਼ਰ ਤੋਂ ਪ੍ਰਾਰਥਨਾ ਵਿੱਚ ਮੰਗ ਰਹੇ ਹਾਂ
ਉਹ ਸਾਡੀ ਪ੍ਰਾਰਥਨਾ ਨੂੰ ਸੁਣਦਾ ਹੈ ਅਤੇ ਉਹਦਾ ਜਵਾਬ ਦਿੰਦਾ ਹੈ। ਦੋਸਤੋ, ਅਸੀਂ ਸਿੱਖਿਆ ਕਿ ਸਾਨੂੰ ਪ੍ਰਾਰਥਨਾ ਨੂੰ ਮਹੱਤਵ ਦੇਣਾ ਚਾਹੀਦਾ ਹੈ ਤਾਂ ਕਿ ਉਹ ਤੁਹਾਨੂੰ ਪ੍ਰਾਰਥਨਾ ਕਰਨਾ ਸਿਖਾ ਸਕੇ। ਇਸ ਤੋਂ ਬਾਅਦ ਅਸੀਂ ਪ੍ਰਾਰਥਨਾ ਦੇ ਸਪਸ਼ਟੀਕਰਨ ਬਾਰੇ ਸਿੱਖਿਆ। ਅਸੀਂ ਸਿੱਖਿਆ ਕਿ ਪਰਮੇਸ਼ਰ ਸਾਨੂੰ ਸੁਣਨ ਦੀ ਇੱਛਾ ਰੱਖਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਪ੍ਰਾਰਥਨਾ ਕਰੀਏ। ਇਸ ਤੋਂ ਬਾਅਦ ਪ੍ਰਾਰਥਨਾ ਦੇ ਪ੍ਰਭਾਵ ਬਾਰੇ ਦੇਖਿਆ। ਇਸ ਤੋਂ ਬਾਅਦ ਅਸੀਂ ਸਾਰ ਬਾਰੇ ਵੀ ਸਿੱਖਿਆ। ਅਸੀਂ ਸਿੱਖਿਆ ਕਿ ਅਸੀਂ ਵਿਅਕਤੀਗਤ ਪ੍ਰਾਰਥਨਾ ਕਰ ਸਕਦੇ ਹਾਂ। ਪਰਮੇਸ਼ਵਰ ਨੇ ਹਰੇਕ ਨੂੰ ਵਿਅਕਤੀਗਤ ਰੂਪ ਵਿੱਚ ਪ੍ਰਾਰਥਨਾ ਕਰਨ ਨੂੰ ਕਿਹਾ ਹੈ। ਇਸ ਤੋਂ ਬਾਅਦ ਅਸੀਂ ਵਿਸ਼ੇਸ਼ ਪ੍ਰਾਰਥਨਾ ਬਾਰੇ ਜਾਣਿਆ। ਅਸੀਂ ਜਾਣਿਆ ਕਿ ਅਸੀਂ ਵਿਸ਼ੇਸ਼ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਇਹ ਵੀ ਜਾਣਿਆ ਕਿ ਅਸੀਂ ਲਗਾਤਾਰ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਮੰਗਣ, ਲੱਭਣ ਅਤੇ ਖੜਕਾਉਣ ਬਾਰੇ ਜਾਣਿਆ। ਇਸ ਦਾ ਅਰਥ ਹੈ ਕਿ ਸਾਨੂੰ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਹੈ, ਸਾਨੂੰ ਲਗਾਤਾਰ ਲੱਭਦੇ ਰਹਿਣਾ ਹੈ, ਸਾਨੂੰ ਲਗਾਤਾਰ ਖੜਕਾਉਂਦੇ ਰਹਿਣਾ ਹੈ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ, ਸਾਨੂੰ ਸਾਡੇ ਸੰਪਰਕ ਨੰਬਰ ਤੇ ਮਿਸ ਕਾਲ ਦੇ ਸਕਦੇ ਹੋ। ਤੁਸੀਂ ਪ੍ਰੋਗਰਾਮ ਤੋਂ ਸੰਬੰਧਿਤ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਓ ਪ੍ਰਾਰਥਨਾ ਕਰਦੇ ਹਾਂ। ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਤੇ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਨੂੰ ਅੱਜ ਫੇਰ ਇੱਕ ਵਾਰੀ ਪ੍ਰਾਰਥਨਾ ਦੇ ਵਿਸ਼ੇ 'ਚ ਸਿਖਾਇਆ। ਪ੍ਰਭੂ ਜੀ, ਅਸੀਂ ਪ੍ਰਾਰਥਨਾ ਦੇ ਵਿਸ਼ੇ 'ਚ ਬਹੁਤ ਸਾਰੀਆਂ ਗੱਲਾਂ ਸਿੱਖੀਆਂ। ਪ੍ਰਭੂ ਜੀ, ਧੰਨਵਾਦ ਕਰਦੇ ਹਾਂ ਕਿ ਇਹ ਇੱਕ ਮਹੱਤਵਪੂਰਨ ਚੀਜ਼ ਹੈ ਜਿਹਨੂੰ ਪ੍ਰਭੂ ਜੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਪ੍ਰਾਰਥਨਾ ਕਰੀਏ, ਕਿਉਂਕਿ ਪ੍ਰਾਰਥਨਾ ਪਿਤਾ ਪਰਮੇਸ਼ਰ ਜਿੱਤ ਨੂੰ ਲੈ ਕੇ ਆਉਂਦੀ ਹੈ। ਪ੍ਰਭੂ ਜੀ, ਤੁਹਾਡਾ ਵਚਨ ਬੋਲਦਾ ਹੈ ਪ੍ਰਭੂ ਜੀ ਕਿ ਅਸੀਂ ਮੰਗੀਏ ਤਾਂ ਸਾਨੂੰ ਦਿੱਤਾ ਜਾਏਗਾ, ਅਸੀਂ ਖੜਕਾਈਏ ਤਾਂ ਸਾਡੇ ਲਈ ਖੋਲ੍ਹਿਆ ਜਾਏਗਾ, ਅਸੀਂ ਲੱਭੀਏ ਤਾਂ ਸਾਡੇ ਲਈ ਸਾਨੂੰ ਮਿਲੇਗਾ। ਪਿਆਰੇ ਪਿਤਾ ਪਰਮੇਸ਼ਰ, ਅਸੀਂ ਤੁਹਾਡੀ ਖੋਜ ਕਰਦੇ ਹਾਂ, ਤੁਹਾਡੀ ਆਸ਼ੀਸ਼ਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ। ਪ੍ਰਭੂ, ਸਾਡੇ ਜੀਵਨਾਂ ਨੂੰ ਪ੍ਰਭੂ ਜੀ ਮਸੀਹੀ ਜੀਵਨ ਬਣਾਓ, ਇੱਕ ਅੱਛਾ ਵਿਸ਼ਵਾਸੀ ਜੀਵਨ ਬਣਾਓ। ਪ੍ਰਭੂ ਜੀ, ਸਾਡੀ ਸਾਰੀ ਜ਼ਰੂਰਤਾਂ ਨੂੰ ਸਵਰਗ ਤੋਂ ਪੂਰਾ ਕਰੋ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਦੋਸਤੋ, ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ਤਦ ਤੱਕ ਦੇ ਲਈ ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।